कोई किसी के लिए ना फतवा नहीं जारी कर सकता। ये जी चीज़ है गैर संविधानिक चीज़ आ। कोई कहे कि भी तुसी मैं ऑर्डर करा अपने कि कोई मेरे कोई नौकर लग्या हो ਉਹਦੇ ਲਈ ऑर्डर करा ਜਾਂ मैं कोई भी ਹੋਵੇ मेरा दोस्त ਹੋਵੇ ਉਹਦੇ ਤੇ मैं ऑर्डर नहीं कर सकता। ਸੈਟਲਮੈਂਟ ਐਮੀਕੇਬਲੀ ਹੁੰਦੀਆਂ ਨੇ, ਦੋਨਾਂ ਦੇ ਸਮਝੌਤੇ ਨਾਲ ਹੁੰਦੀਆਂ ਨੇ। ਪਰ ਜਿਹੜੇ ਇਹ ਮਤੇ ਨੇ, ਮਤੇ ਨਹੀਂ ਕਹਿ ਸਕਦੇ, ਫਤਵੇ ਨੇ। ਉਹਨਾਂ ਦਾ ਵੀ ਇੱਕ ਇਹ ਵੀ ਉਹ ਆਸ ਵੀ ਇਹ ਰੱਖਦੇ ਨੇ ਕਿ ਸਾਡੇ ਨਾਲ ਇਨ ਫਿਊਚਰ ਇਦਾਂ ਦਾ ਕੁਝ ਨਾ ਹੋਵੇ ਜਿਹੜਾ ਭੇਦਭਾਵ ਹੁੰਦਾ ਸੀ। ਪਰ ਹੁਣ ਜਦੋਂ ਇਦਾਂ ਦੀ ਘਟਨਾ ਹੋਈ ਤਾਂ ਇਸ ਲਈ ਮੈਂ ਸੰਯੁਕਤ ਮੋਰਚੇ ਨੂੰ ਇਹ ਜਿਹੜਾ ਇੱਕ ਲੈਟਰ ਲਿਖਿਆ ਸੀ ਤਾਂ ਕਿ ਸੰਯੁਕਤ ਮੋਰਚਾ ਇਸ ਨੂੰ ਗੰਭੀਰਤਾ ਨਾਲ ਲਵੇ ਤੇ ਅੱਗੇ ਤੋਂ ਇਹਨਾਂ ਚੀਜ਼ਾਂ ਨੂੰ ਸੈਂਸਿਟਾਈਜ਼ ਕਰੇ। ਆਪਾਂ ਮਤਾ ਨਹੀਂ ਕਹਿ ਸਕਦੇ, ਉਹਨੂੰ ਕਹਿੰਦੇ ਆਪਾਂ ਐਮੀਕੇਬਲੀ ਸੈਟਲਮੈਂਟ। ਆਪਣੀ ਦੋਨੀ ਧਿਰਾਂ ਬੈਠ ਕੇ ਗੱਲ ਕਰਨ ਕਿ ਹਾਂ ਵੀ ਤੁਸੀਂ ਦੱਸੋ ਮੈਂ ਤੁਹਾਡੇ ਤੋਂ ਆਹ ਚੀਜ਼ ਕਰਾਉਣੀ, ਤੁਸੀਂ ਕਿੰਨੇ ਪੈਸੇ ਲਵੋਗੇ, ਜੋ ਵੀ ਮਾਰਕੀਟ ਰੇਟ ਹੁੰਦਾ ਉਹ, ਜਾਂ ਫਿਰ ਆਪਣੀ ਜਿਹੜੀ ਇਮਾਨਦਾਰੀ ਦੇ ਨਾਲ ਕਿ ਕਿੰਨਾ ਕੁ ਬਣਦਾ ਉਹ ਦਿੱਤਾ ਜਾਵੇ। ਮਜ਼ਦੂਰਾਂ ਨਾਲ ਜਦੋਂ ਗੱਲਬਾਤ ਕਰਦੇ ਹੋ ਤਾਂ ਜਿਸ ਹਿਸਾਬ ਦੇ ਨਾਲ ਤੁਹਾਨੂੰ ਪਤਾ ਲੱਗਾ ਕਿ ਉਹਨਾਂ ਦੇ ਜਿਹੜੇ ਮਤੇ ਪਾਸ ਕੀਤੇ ਗਏ ਨੇ, ਤਾਂ ਹੁਣ ਤੁਸੀਂ ਸਾਨੂੰ ਇਹ ਦੱਸੋ ਕਿ ਹੁਣ ਮਜ਼ਦੂਰਾਂ ਦੇ ਜਿਸ ਹਿਸਾਬ ਦੇ ਨਾਲ ਹਾਲਾਤ ਹੈਗੇ ਆ, ਤੁਹਾਡੇ ਉਹਨਾਂ ਨਾਲ ਕੀ ਗੱਲਬਾਤ ਹੁੰਦੀ ਹੈ, ਕੀ ਉਹ ਤੁਹਾਨੂੰ ਕਹਿੰਦੇ? ਤਾਂ ਦਰਸ਼ਕੋ, ਇਹ ਤੁਸੀਂ ਫੋਟੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਰਨਾਲ ਦੇ ਵਿੱਚ ਇੱਕ ਗਾঁव ਹੈਗਾ, ਉੱਥੇ ਜ਼ਿਮੀਂਦਾਰ ਦੇ ਦਿਹਾੜੀ ਲਾਉਣ ਜਾਂਦਾ ਆ ਕਿ ਮਜ਼ਦੂਰ, ਤਾਂ ਉਹਦੀ ਹਾਲਾਤ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਕਰ ਦਿੱਤੀ ਜਾਂਦਾ। ਜਿਹੜਾ ਭਾਈਵਾਲਤਾ ਦਾ, ਸਾਂਝੀਵਾਲਤਾ ਸੁਨੇਹਾ ਤਾਂ ਸਾਨੂੰ ਸਾਰਿਆਂ ਨੂੰ ਦੇਣਾ ਚਾਹੀਦਾ। ਬਟ ਮੇਰਾ ਜਿਹੜਾ ਸੰਯੁਕਤ ਮੋਰਚੇ ਨੂੰ ਲਿਖਣ ਦਾ ਜਿਹੜਾ ਕਾਰਨ ਇਹ ਆ, ਕਮ ਸੇ ਕਮ ਤੁਸੀਂ ਤੁਹਾਡੇ ਜਿਹੜਾ ਕੇਡਰ ਦੇ ਬੰਦੇ ਨੇ ਉਹਨਾਂ ਨੂੰ ਤਾਂ ਤੁਸੀਂ ਕਹਿ ਸਕਦੇ ਹੋ ਕਿ ਵੀ ਤੁਸੀਂ ਇਹ ਨਹੀਂ ਕਰਨਾ ਹੈਗਾ। ਜਦੋਂ ਇਹ ਬਿੱਲ ਲੈ ਕੇ ਆਉਂਦੇ ਨੇ, ਇੰਟਰੋਡਿਊਸ ਕੀਤੇ ਨੇ, ਤਾਂ ਕਿਸੇ ਨੂੰ ਪੁੱਛਿਆ ਨਹੀਂ ਹੈਗਾ। ਤੇ ਜਦੋਂ ਮੋਦੀ ਨੇ ਤੁਹਾਨੂੰ ਨਹੀਂ ਪੁੱਛਿਆ, ਉਹ ਗਲਤ ਗੱਲ ਆ, ਕਿਉਂਕਿ ਮੋਦੀ ਨੇ ਨਹੀਂ ਪੁੱਛਿਆ ਹੈਗਾ, ਸਰਕਾਰ ਨੇ ਨਹੀਂ ਪੁੱਛਿਆ। ਤੇ ਤੁਸੀਂ ਮਜ਼ਦੂਰਾਂ ਖਿਲਾਫ ਕੁਝ ਪਾਸ ਕਰ ਰਹੇ ਹੋ, ਤੁਸੀਂ ਮਜ਼ਦੂਰਾਂ ਤੋਂ ਨਹੀਂ ਪੁੱਛ ਰਹੇ, ਤੇ ਇਹ ਤੁਹਾਨੂੰ ਵੀ ਪੁੱਛਣਾ ਚਾਹੀਦਾ। पंजाब न्यूज़ देख रहे सारे ही देश विदेश ਦੇ ਦਰਸ਼ਕਾਂ ਦਾ ਮੈਂ ਹਰਜੀਤ ਕੌਰ ਸਵਾਗਤ ਕਰ। ਦਰਸ਼ਕੋ, ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਤਾਂ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਦਿੱਤਾ ਗਿਆ। ਜਿੱਥੇ ਮਜ਼ਦੂਰਾਂ ਦੀ ਗੱਲ ਕਰਦੇ ਹਾਂ ਤਾਂ ਇਹ ਸਾਡੇ ਹੱਥ ਵਿੱਚ ਇੱਕ ਚਿੱਠੀ ਹੈ, ਜਿੱਥੇ ਪਿੰਡਾਂ ਦੇ ਵਿੱਚ ਮਤੇ ਪਾਏ ਜਾਂਦੇ ਨੇ ਮਜ਼ਦੂਰਾਂ ਨੂੰ ਲੈ ਕੇ ਕਿ ਉਹਨਾਂ ਦੀ ਜਿਹੜੀ ਝੋਨੇ ਦੀ ਲਵਾਈ ਦੀ ਆਮਦਨ ਤੈਅ ਕੀਤੀ ਜਾਂਦੀ ਹੈ ਵੀ ਕਿੰਨੇ ਪੈਸਿਆਂ ਦੇ ਵਿੱਚ ਉਹਨਾਂ ਨੇ ਝੋਨੇ ਦੀ ਲਵਾਈ ਕਰਨੀ ਆ। ਤਾਂ ਇਹ ਸਾਡੇ ਨਾਲ ਡਾਕਟਰ ਅੰਬੇਦਕਰ ਵਿਦਿਆਰਥੀ ਜਥੇਬੰਦੀ ਤੋਂ ਗੁਰਦੀਪ ਸਿੰਘ ਜੀ ਮੌਜੂਦ ਆ, ਜਿਹੜੇ ਕਿ ਉਹ ਮਜ਼ਦੂਰਾਂ ਦੀ ਗੱਲ ਕਰਦੇ ਨੇ, ਕਿਉਂਕਿ ਕਈ ਮਜ਼ਦੂਰ ਇੱਦਾਂ ਦੇ ਨੇ ਜਿਹੜੇ ਕਿ ਝੋਨੇ ਦੀ ਲਵਾਈ ਲੈਣ 'ਤੇ ਖੁਸ਼ ਨਹੀਂ, ਕਿਉਂਕਿ ਉਹਨਾਂ ਦਾ ਰੋਜ਼ੀ ਰੋਟੀ ਨਹੀਂ ਚੱਲਦਾ। ਤਾਂ ਇੱਦਾਂ ਦੇ ਮਜ਼ਦੂਰ ਵੀ ਨੇ ਜਿਨ੍ਹਾਂ ਦੇ ਨਾਲ ਧੱਕਾ ਵੀ ਹੋ ਰਿਹਾ। ਤਾਂ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਾਂਗੇ। ਗੁਰਦੀਪ ਸਿੰਘ ਜੀ ਸਾਨੂੰ ਖੁੱਲ੍ਹ ਕੇ ਜਾਣਕਾਰੀ ਦੇਣਗੇ ਮਜ਼ਦੂਰਾਂ ਬਾਰੇ ਕਿ ਕਿਸ ਤਰ੍ਹਾਂ ਦੇ ਹੁਣ ਮਜ਼ਦੂਰਾਂ ਦੇ ਹਾਲਾਤ ਬਣੇ ਹੋਏ ਨੇ ਤੇ ਮਜ਼ਦੂਰ ਚਾਹੁੰਦੇ ਕੀ ਨੇ। ਕਿਉਂਕਿ ਆਮ ਲੋਕਾਂ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਕਈ ਮਜ਼ਦੂਰ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਦਿਹਾੜੀ ਵੇਤਨ ਵੀ ਘੱਟ ਦਿੱਤਾ ਜਾਂਦਾ ਤੇ ਜਿਨ੍ਹਾਂ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਹੋਇਆਂ ਵੀ ਉਹਨੂੰ ਅਣਗੌਲਿਆ ਕੀਤਾ ਜਾਂਦਾ। ਤਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਸੀ ਗੁਰਦੀਪ ਸਿੰਘ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੁਰਦੀਪ ਸਿੰਘ ਜੀ, ਚਿੱਠੀ ਦੀ ਗੱਲ ਕਰਦੇ ਹਾਂ, ਜਿਹੜੀ ਚਿੱਠੀ ਤੁਸੀਂ ਸੰਯੁਕਤ ਕਿਸਾਨ ਮੋਰਚੇ ਨੂੰ ਲਿਖੀ ਹੋਈ ਹੈ, ਜਿਹਦੇ ਵਿੱਚ ਤੁਸੀਂ ਪੰਜਾਬ 'ਚ ਗ੍ਰਾਮ ਪੰਚਾਇਤਾਂ ਦੇ ਵਿੱਚ ਜਿਹੜੇ ਮਜ਼ਦੂਰਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਦੀ ਮਤੇ ਪਾਏ ਜਾਂਦੇ ਨੇ ਉਹਨਾਂ ਦੀ ਗੱਲ ਕੀਤੀ ਹੈ। ਤਾਂ ਅਸੀਂ ਸਾਰੀ ਪਹਿਲਾਂ ਜਾਣਕਾਰੀ ਲੈਣਾ ਚਾਹੁੰਦੇ ਹਾਂ ਕਿ ਤੁਸੀਂ ਉਸ 'ਤੇ ਕੀ ਕਹਿਣਾ ਚਾਹੁੰਦੇ ਹੋ ਵੀ ਕੀ ਮਜ਼ਦੂਰ ਉਹ ਮਤਿਆਂ 'ਤੇ ਖੁਸ਼ ਨਹੀਂ ਜਿਹੜੇ ਕਿ ਪਿੰਡਾਂ ਦੇ ਵਿੱਚ ਉਹਨਾਂ ਲਈ ਬਣਾਏ ਗਏ ਨੇ? ਦੇਖੋ ਜੀ, ਗੱਲ ਇਹ ਹੈ ਮਤੇ ਤੇ ਖੁਸ਼ ਦੀ ਗੱਲ ਤਾਂ ਇਹ ਹੈ ਕਿ ਕੋਈ ਕਿਸੇ ਦੇ ਲਈ ਨਾ ਫਤਵਾ ਨਹੀਂ ਜਾਰੀ ਕਰ ਸਕਦਾ। ਇਹ ਜਿਹੜੀ ਚੀਜ਼ ਹੈ ਗੈਰ ਸੰਵਿਧਾਨਿਕ ਚੀਜ਼ ਆ। ਕੋਈ ਕਹੇ ਕਿ ਵੀ ਤੁਸੀਂ ਮੈਂ ਆਰਡਰ ਕਰਾਂ ਆਪਣੇ ਕਿ ਕੋਈ ਮੇਰੇ ਕੋਈ ਨੌਕਰ ਲੱਗਿਆ ਹੋਵੇ ਉਹਦੇ ਲਈ ਆਰਡਰ ਕਰਾਂ, ਜਾਂ ਮੈਂ ਕੋਈ ਵੀ ਹੋਵੇ ਮੇਰਾ ਦੋਸਤ ਹੋਵੇ ਉਹਦੇ ਤੇ ਮੈਂ ਆਰਡਰ ਨਹੀਂ ਕਰ ਸਕਦਾ। ਸੈਟਲਮੈਂਟ ਐਮੀਕੇਬਲੀ ਹੁੰਦੀਆਂ ਨੇ, ਦੋਨਾਂ ਦੇ ਸਮਝੌਤੇ ਨਾਲ ਹੁੰਦੀਆਂ ਨੇ। ਪਰ ਜਿਹੜੇ ਇਹ ਮਤੇ ਨੇ, ਮਤੇ ਨਹੀਂ ਕਹਿ ਸਕਦੇ, ਫਤਵੇ ਨੇ। ਇਹ ਫਤਵੇ ਜਿਹੜੇ ਨੇ, ਫਤਵੇ ਇਸ ਲਈ ਨੇ ਕਿ ਇਹ ਵਨ ਸਾਈਡਡ ਨੇ, ਇੱਕ ਤਰਫਾ ਇਹ ਡਿਸਾਈਡ ਕੀਤੇ ਗਏ ਨੇ। ਕੁਛ ਪੁੱਛ ਕੇ ਨਹੀਂ ਬਣਾਏ ਗਏ। ਪਿੰਡ ਦੇ ਕੁਛ ਧਨਾੜ ਲੋਕ ਨੇ ਤੇ ਕੁਛ ਪੰਚਾਇਤਾਂ ਨੇ ਜਿਨ੍ਹਾਂ ਨੇ ਕੀ ਕੀਤਾ ਕਿ ਸਦੀਆਂ ਤੋਂ ਜਿਹੜਾ ਇਹ ਸਾਡੇ ਦੇਸ਼ 'ਚ ਜਿਹੜਾ ਜਾਤ, ਰੰਗ, ਕਲਰ ਦਾ, ਭਾਸ਼ਾ ਦਾ ਤੇ ਇਸ ਤਰੀਕੇ ਨਾਲ ਜਿਹੜਾ ਭੇਦਭਾਵ ਚੱਲਦਾ ਆ ਰਿਹਾ ਸੀ, ਉਹਨੂੰ ਦੇਖਦੇ ਹੋਏ ਕਈ ਲੋਕਾਂ ਨੇ ਇੱਦਾਂ ਦੀਆਂ ਚੀਜ਼ਾਂ ਕੀਤੀਆਂ ਨੇ। ਤੇ ਜਿਹੜੀਆਂ ਕਿ ਫਤਵੇ ਨੇ, ਪਹਿਲਾਂ ਵੀ ਹੁੰਦਾ ਰਿਹਾ, ਪਿਛਲੇ ਸਾਲਾਂ 'ਚ ਵੀ ਹੁੰਦਾ ਰਿਹਾ। ਪਰ ਇਸ ਲਈ ਇਹ ਚੀਜ਼ ਦੇ ਲਈ ਆਵਾਜ਼ ਉਠਾਉਣੀ ਇਸ ਲਈ ਜ਼ਰੂਰੀ ਆ ਕਿਉਂਕਿ ਜਦੋਂ ਦਾ ਇਹ ਅੰਦੋਲਨ ਚੱਲਿਆ, ਇਸ ਅੰਦੋਲਨ ਦਾ ਜਿਹੜਾ ਪਹਿਲਾ ਸਲੋਗਨ ਸੀ ਉਹ ਕਿਸਾਨ ਮਜ਼ਦੂਰ ਏਕਤਾ ਸੀ। ਜਦੋਂ ਕਿਸਾਨ ਮਜ਼ਦੂਰ ਏਕਤਾ ਦੀ ਆਪਾਂ ਗੱਲ ਕਰਦੇ, ਇਹਦਾ ਮਤਲਬ ਕਿਸਾਨਾਂ ਤੇ ਮਜ਼ਦੂਰਾਂ ਦੀ ਸਾਂਝੀ ਲੜਾਈ ਆ।
ਜਦੋਂ ਚੱਲਿਆ ਸੀ ਉਦੋਂ ਵੀ ਨਾਲ ਸੀਗੀ 26 ਨਵੰਬਰ ਤੋਂ ਪਹਿਲਾਂ ਜਦੋਂ ਸ਼ੰਭੂ ਬਾਰਡਰ ਤੋਂ ਵੀ ਚੱਲਿਆ ਸੀ ਉਦੋਂ ਵੀ ਨਾਲ ਸੀ। ਉਸ ਤੋਂ ਪਹਿਲਾਂ ਵੀ ਜਦੋਂ ਪਿੰਡਾਂ 'ਚ ਕੈਂਪੇਨ ਚੱਲਦੇ ਸੀ ਉਦੋਂ ਵੀ ਨਾਲ ਸੀ। ਰਾਸ਼ਨ ਦੀ ਗੱਲ ਹੋਵੇ, ਸਾਰੀਆਂ ਚੀਜ਼ਾਂ ਦੀ ਗੱਲ ਹੋਵੇ, ਛੋਟੇ ਛੋਟੇ ਪੈਸਿਆਂ ਦੀ ਗੱਲ, ਸਾਰਾ ਕੰਟਰੀਬਿਊਸ਼ਨ ਇਕੱਠਾ ਕੀਤਾ ਉਹਨਾਂ ਨੇ ਜਿੰਨੀ ਕੁ ਉਹਨਾਂ ਦੀ ਗੁੰਜਾਇਸ਼ ਸੀ। ਪਰ ਇਸ ਤੋਂ ਬਾਅਦ ਕੀ ਹੋਇਆ, ਹੁਣ ਜਦੋਂ ਝੋਨੇ ਦੀ ਲਵਾਈ ਸ਼ੁਰੂ ਹੋਈ ਆ, ਝੋਨੇ ਦੀ ਬਿਜਾਈ ਸ਼ੁਰੂ ਹੋਈ ਆ, ਤਾਂ ਉਦੋਂ ਇਦਾਂ ਦੀਆਂ ਗੱਲਾਂ ਆਉਣ ਲੱਗ ਗਈਆਂ ਜਿਹੜੀਆਂ ਕਿ ਸਰਾਸਰ ਗਲਤ ਨੇ। ਕਿਉਂਕਿ ਇਸ ਟਾਈਮ ਜਿਹੜਾ ਸਾਡਾ ਦੁਸ਼ਮਣ ਇੱਕ ਆ, ਬੀਜੇਪੀ ਸਾਡਾ ਦੁਸ਼ਮਣ ਆ, ਆਰਐਸਐਸ ਦੁਸ਼ਮਣ ਆ, ਉਹਦੇ ਲਈ ਨਾਲ ਲੜਨ ਦੇ ਲਈ ਅਸੀਂ ਆਪਣੇ ਜਿਹੜੇ ਭੇਦਭਾਵ ਮਿਟਾ ਕੇ ਇੱਥੇ ਆਏ ਸੀ। ਦਿਲਾਂ ਤੇ ਪੱਥਰ ਰੱਖ ਕੇ ਲੋਕ ਇੱਥੇ ਆਏ ਹੋਏ ਨੇ, ਜਿਵੇਂ ਕਿ ਹਰਿਆਣੇ ਵਾਲੇ SYL ਦਾ ਮੁੱਦਾ ਛੱਡ ਕੇ ਆਏ ਹੋਏ ਨੇ, ਤੇ ਇੱਦਾਂ ਜਿਹੜੇ ਪਿੰਡਾਂ 'ਚ ਭੇਦਭਾਵ ਹੁੰਦੇ ਨੇ, ਉਹ ਮਜ਼ਦੂਰ ਭਰਾ ਇਸ ਤਰੀਕੇ ਨਾਲ ਆਏ ਹੋਏ ਨੇ। ਤਾਂ ਉਹਨਾਂ ਦਾ ਵੀ ਇੱਕ ਇਹ ਵੀ ਉਹ ਆਸ ਵੀ ਇਹ ਰੱਖਦੇ ਨੇ ਕਿ ਸਾਡੇ ਨਾਲ ਇਨ ਫਿਊਚਰ ਇਦਾਂ ਦਾ ਕੁਝ ਨਾ ਹੋਵੇ ਜਿਹੜਾ ਇਹ ਭੇਦਭਾਵ ਹੁੰਦਾ ਸੀ। ਪਰ ਹੁਣ ਜਦੋਂ ਇਦਾਂ ਦੀ ਘਟਨਾ ਹੋਈ ਤਾਂ ਇਸ ਲਈ ਮੈਂ ਸੰਯੁਕਤ ਮੋਰਚੇ ਨੂੰ ਇਹ ਜਿਹੜਾ ਇੱਕ ਲੈਟਰ ਲਿਖਿਆ ਸੀ ਤਾਂ ਕਿ ਸੰਯੁਕਤ ਮੋਰਚਾ ਇਸ ਨੂੰ ਗੰਭੀਰਤਾ ਨਾਲ ਲਵੇ ਤੇ ਅੱਗੇ ਤੋਂ ਇਹਨਾਂ ਚੀਜ਼ਾਂ ਨੂੰ ਸੈਂਸਿਟਾਈਜ਼ ਕਰੇ। ਜਿੱਦਾਂ ਕਈ ਹਾਂ ਮਤੇ ਤਾਂ ਪਾਣੀ ਨਹੀਂ ਚਾਹੀਦੇ, ਪੁੱਛ ਕੇ ਆਪਾਂ ਮਤਾ ਨਹੀਂ ਕਹਿ ਸਕਦੇ, ਉਹਨੂੰ ਕਹਿੰਦੇ ਆਪਾਂ ਐਮੀਕੇਬਲੀ ਸੈਟਲਮੈਂਟ। ਆਪਣੀ ਦੋਨੀ ਧਿਰਾਂ ਬੈਠ ਕੇ ਗੱਲ ਕਰਨ ਕਿ ਹਾਂ ਵੀ ਤੁਸੀਂ ਦੱਸੋ ਮੈਂ ਤੁਹਾਡੇ ਤੋਂ ਆਹ ਚੀਜ਼ ਕਰਾਉਣੀ, ਤੁਸੀਂ ਕਿੰਨੇ ਪੈਸੇ ਲਵੋਗੇ, ਜੋ ਵੀ ਮਾਰਕੀਟ ਰੇਟ ਹੁੰਦਾ ਉਹ, ਜਾਂ ਫਿਰ ਆਪਣੀ ਜਿਹੜੀ ਇਮਾਨਦਾਰੀ ਦੇ ਨਾਲ ਕਿ ਕਿੰਨਾ ਕੁ ਬਣਦਾ ਉਹ ਦਿੱਤਾ ਜਾਵੇ। ਜੀ ਫਿਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀ ਤੁਹਾਨੂੰ ਅੱਗੇ ਜਵਾਬ ਦੇ ਦਿੱਤੀ ਗਈ ਹੈ? ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਸਵਾਲ ਕੀਤਾ ਕਿ ਇਦਾਂ ਦੇ ਮਤੇ ਜਿਹੜੇ ਪਾਏ ਗਏ ਆ, ਇਹ ਇੱਕ ਫਤਵਾ ਤੁਸੀਂ ਜਾਰੀ ਕੀਤਾ, ਤਾਂ ਸੰਯੁਕਤ ਕਿਸਾਨ ਮੋਰਚੇ ਨੇ ਤੁਹਾਨੂੰ ਭਰੋਸਾ ਦਿਵਾਇਆ ਕਿ ਅਸੀਂ ਮਜ਼ਦੂਰਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਉਹਨਾਂ ਦੀ ਆਮਦਨੀ ਤੈਅ ਕੀਤੀ ਜਾਵੇਗੀ। ਜੀ ਬਿਲਕੁਲ। ਇਸ ਤੋਂ ਬਾਅਦ ਮੈਂ ਉਸ ਦਿਨ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਬਾਬਾ ਰੁਲਦੂ ਮਾਨਸਾ ਜੀ ਨੂੰ ਮਿਲਿਆ ਸੀ ਤੇ ਉਹਨਾਂ ਨੇ ਭਰੋਸਾ ਦਿਵਾਇਆ ਸੀ, ਉਹਦੀ ਮੇਰੇ ਕੋਲ ਵੀਡੀਓਜ਼ ਵੀ ਪਈ ਆ, ਉਹਨਾਂ ਨੇ ਭਰੋਸਾ ਦਿਵਾਇਆ ਸੀ ਕਿ ਇਦਾਂ ਦਾ ਕੁਝ ਨਹੀਂ ਹੋਵੇਗਾ ਤੇ ਅਸੀਂ ਬਿਲਕੁਲ ਨਾਲ ਹੋਵਾਂਗੇ। ਉਹਨਾਂ ਨੇ ਕਿਹਾ ਕਿ ਜਿਹੜਾ ਵੀ ਸਾਡੇ ਜਥੇਬੰਦੀ ਦਾ ਕੋਈ ਬੰਦਾ ਇੱਦਾਂ ਦਾ ਕੰਮ ਕਰੇਗਾ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ। ਇਸ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਜਿਹੜੇ ਨੇ ਕੁਲਵੰਤ ਸਿੰਘ ਸੰਧੂ ਜੀ, ਉਹਨਾਂ ਨੇ ਵੀ ਇਹ ਗੱਲ ਕਹੀ ਸੀ। ਉਹਨਾਂ ਨੇ ਵੀ ਮੈਂ ਇੱਥੇ ਹੀ ਉਹਨਾਂ ਨੂੰ ਵੀ ਇਹ ਲੈਟਰ ਦੇਣ ਆਇਆ ਸੀ। ਮੈਂ ਉਹਨਾਂ ਨੂੰ ਮੈਂ ਸਾਰੇ ਲੀਡਰਾਂ ਨੂੰ ਤਾਂ ਨਹੀਂ ਮਿਲ ਸਕਦਾ ਸੀ ਕਿਉਂਕਿ ਅਸੀਂ ਇੱਥੇ ਲਾਇਬ੍ਰੇਰੀ ਚਲਾ ਰਹੇ ਹਾਂ। ਮੈਂ 2 ਜਣਿਆਂ ਨੂੰ ਲੈਟਰ ਦੇ ਦਿੱਤੇ ਸੀ ਕਿ ਲੈਟਰ ਤੁਸੀਂ ਆਪਣੀ SKM ਦੀ ਮੀਟਿੰਗ ਦੇ ਵਿੱਚ ਰੱਖ ਦਿਓ ਜਾਂ ਅੱਗੇ ਗੱਲ ਪਹੁੰਚਾ ਦਿਓ। ਤਾਂ ਉਹਨਾਂ ਦੋਨਾਂ ਨੇ ਭਰੋਸਾ ਦਿਵਾਇਆ ਸੀ ਵਿਦ ਪ੍ਰੂਫ, ਮੇਰੇ ਕੋਲ ਉਹਨਾਂ ਦੀ ਵੀਡੀਓਜ਼ ਵੀ ਹੈਗੀਆਂ ਨੇ ਕਿ ਅਸੀਂ ਇੱਦਾਂ ਦਾ ਕੁਝ ਨਹੀਂ ਹੋਣ ਦੇਵਾਂਗੇ ਤੇ ਜੇ ਜਿੱਥੇ ਹੋਊਗਾ ਉੱਥੇ ਅਸੀਂ ਇਹ ਆਪਣੇ ਜਿਹੜੇ ਸਾਡੇ ਵਰਕਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਈਵਨ ਦੈਨ ਉਸ ਤੋਂ ਬਾਅਦ ਕਈ ਆਪਣੇ ਸਾਡੇ ਯੂਨੀਵਰਸਿਟੀ ਤੋਂ ਇੱਕ ਪ੍ਰੋਫੈਸਰ ਸਾਹਿਬ ਆਏ ਸੀ, ਪ੍ਰੋਫੈਸਰ ਮਜੀਤ ਦੀ ਵੀ ਮੈਂ ਵੀਡੀਓ ਦੇਖੀ ਸੀ, ਉਹਨਾਂ ਨੇ ਵੀ ਸਟੇਜ ਤੋਂ ਬੋਲਿਆ। ਉਸ ਤੋਂ ਬਾਅਦ ਕਈ ਲੀਡਰਾਂ ਨੇ ਸਟੇਜ ਤੋਂ ਇਸ ਚੀਜ਼ ਦੀ ਆਪਣਾ ਕੀ ਕਹਿੰਦੇ ਨੇ ਨਿੰਦਣਾ ਕੀਤੀ ਹੈ, ਨਿਖੇਧੀ ਕੀਤੀ ਆ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਤਾਂ ਇਹ ਗੱਲ ਕਹੀ ਕਿ ਇਹ ਕੌਨਸਪੀਰੇਸੀ ਆ ਬੀਜੇਪੀ ਦੀ ਜਾਂ ਕਿਸੇ ਹੋਰ ਦੀ ਕਿ ਸਾਜ਼ਿਸ਼ਾਂ ਰਚ ਕੇ ਸਾਡੇ 'ਚ ਏਕਤਾ 'ਚ ਫੁੱਟ ਪਾਉਣਾ ਚਾਹੁੰਦੇ ਨੇ। ਪਰ ਕਿਤੇ ਨਾ ਕਿਤੇ ਕੁਝ ਰਿਐਲਿਟੀਆਂ ਹੁੰਦੀਆਂ ਨੇ, ਜੋ ਪਿੱਛੇ ਜੋ ਕੁਝ ਹੁੰਦਾ ਆ ਹੋ ਗਿਆ ਠੀਕ ਆ, ਬਟ ਇਨ ਫਿਊਚਰ ਇੱਦਾਂ ਨਾ ਵਰਤੇ ਤਾਂ ਇਹਦੇ ਲਈ ਬਰਾਬਰੀ ਦੀ ਆ। ਹੁਣ ਇਸ ਸਮੇਂ ਨਾਰਾ ਵੀ ਇੱਕ ਹੀ ਦਿੱਤਾ ਜਾਂਦਾ ਕਿ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਉਹਦੇ ਤੇ ਅਮਲੀ ਜਾਮਾ ਵੀ ਉਹਦੇ ਤੇ ਪਾਲਣਾ ਕੀਤੀ ਜਾਵੇ। ਜੀ ਮਜ਼ਦੂਰਾਂ ਨਾਲ ਜਦੋਂ ਗੱਲਬਾਤ ਕਰਦੇ ਹੋ ਤਾਂ ਜਿਸ ਹਿਸਾਬ ਦੇ ਨਾਲ ਤੁਹਾਨੂੰ ਪਤਾ ਲੱਗਾ ਕਿ ਉਹਨਾਂ ਦੇ ਜਿਹੜੇ ਮਤੇ ਪਾਸ ਕੀਤੇ ਗਏ ਨੇ, ਤਾਂ ਹੁਣ ਤੁਸੀਂ ਸਾਨੂੰ ਇਹ ਦੱਸੋ ਕਿ ਹੁਣ ਮਜ਼ਦੂਰਾਂ ਦੇ ਜਿਸ ਹਿਸਾਬ ਦੇ ਨਾਲ ਹਾਲਾਤ ਹੈਗੇ ਆ, ਤੁਹਾਡੇ ਉਹਨਾਂ ਨਾਲ ਕੀ ਗੱਲਬਾਤ ਹੁੰਦੀ ਹੈ, ਕੀ ਉਹ ਤੁਹਾਨੂੰ ਕਹਿੰਦੇ? ਦੇਖੋ ਜੀ, ਮੈਂ ਸੋਸ਼ਲ ਮੀਡੀਆ ਤੇ ਦੇਖਿਆ ਸੀ ਜਾਂ ਮੈਨੂੰ ਕਿਸੇ ਨੇ ਇਹ ਭੇਜੀਆਂ ਸੀ, ਉਹ ਪੰਚਾਇਤਾਂ ਦੀ ਆਪਾਂ ਨੇ ਪੂਰਾ ਵੈਰੀਫਾਈ ਕਰਨ ਤੋਂ ਬਾਅਦ ਫਿਰ ਆਪਾਂ ਬੋਲੇ ਸੀ, ਫਿਰ ਆਪਾਂ ਨੇ ਦਿੱਤਾ ਸੀ। ਤਾਂ ਹੁਣ ਇਹ ਆ ਵੀ ਉਹ ਜਿਹੜੇ 3-4 ਪਿੰਡਾਂ 'ਚ ਪਏ ਸੀ, ਠੀਕ ਆ, ਅੱਗੇ ਤੋਂ ਜਦੋਂ ਸਟੇਟਮੈਂਟਾਂ ਜਾਰੀ ਹੋਈਆਂ ਤੇ ਅੱਗੇ ਤੋਂ ਇਹ ਸੈਂਸਿਟਾਈਜੇਸ਼ਨ ਹੋਊਗੀ ਤੇ ਹੋਈ ਵੀ ਆ ਤੇ ਹੁਣ ਤੱਕ ਮੈਨੂੰ ਕੋਈ ਕਾਲ ਨਹੀਂ ਆਈ। ਪਰ ਇਹ ਆ ਵੀ ਕਈ ਬੰਦਿਆਂ ਕੋਲ ਕੰਟੈਕਟ ਨਹੀਂ ਹੁੰਦੇ ਹੈਗੇ। ਜਿਵੇਂ ਆਪਾਂ ਦੇਖਿਆ ਕਿ ਲੋਕ ਦੁਨੀਆ ਦੇ ਵਿੱਚ ਕਿੰਨੇ ਬੰਦੇ ਦੁਖੀ ਨੇ, ਪਰ ਜਿਹੜੇ ਬੰਦੇ ਹਰੇਕ ਬੰਦਾ ਨਹੀਂ ਨਾ ਦਵਾਈ ਲੈਣ ਜਾਂਦਾ ਹੈਗਾ, ਕਿਸੇ ਦੀ ਕੋਈ ਲਿੰਕ ਨਹੀਂ ਹੁੰਦਾ ਤਾਂ ਉਹ ਦੱਸ ਨਹੀਂ ਸਕਦਾ ਹੈਗਾ। ਇਹ ਚੀਜ਼ਾਂ ਵੀ ਹੁੰਦੀਆਂ ਨੇ ਜੀ। ਝੋਨੇ ਦੀ ਲਵਾਈ ਦਾ ਵੀ ਜਿਹੜਾ ਰੇਟ ਉਹ ਕਿੰਨਾ ਤੈਅ ਹੋਇਆ, ਕਿੰਨਾ ਮਜ਼ਦੂਰ ਨੂੰ ਮਿਲਦਾ? ਗੱਲ ਇਹ ਸੀ, ਕਿਸੇ ਨੇ ਜਿਵੇਂ 300 ਦਿਹਾੜੀ ਤੈਅ ਕੀਤੀ ਆ, ਕਿਸੇ ਨੇ 500 ਕੀਤੀ ਆ, ਕਿਸੇ ਨੇ 200 ਕੀਤੀ, ਆਪਣੇ ਹਿਸਾਬ ਨਾਲ ਉਹਨੇ ਤੈਅ ਕਰ ਦਿੱਤੀ ਆ। ਮਤਲਬ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਪੁੱਛ ਕੇ ਉਹਦੇ ਨਾਲ ਗੱਲਬਾਤ ਕੀਤੀ ਜਾਵੇ। ਜੀ ਇੱਦਾਂ। ਹਾਂਜੀ, ਹਰਿਆਣੇ ਦੇ ਵਿੱਚ ਵੀ ਅਸੀਂ ਅਕਸਰ ਦੇਖਿਆ ਕਿ ਮਜ਼ਦੂਰਾਂ ਨੂੰ ਉਹ ਬਰਾਬਰੀ ਦਾ ਹੱਕ ਨਹੀਂ ਦਿੱਤਾ ਜਾਂਦਾ। ਤਾਂ ਜਿਸ ਹਿਸਾਬ ਦੇ ਨਾਲ ਮਜ਼ਦੂਰਾਂ ਦੀ ਗੱਲ ਕਰਦੇ ਤਾਂ ਹਰਿਆਣੇ ਦੇ ਵਿੱਚ ਵੀ ਉਹਨਾਂ ਨੂੰ ਉਹ ਆਮਦਨੀ ਦਿੱਤੀ ਜਾ ਰਹੀ ਹੈ ਜਿਸ ਹਿਸਾਬ ਦੇ ਨਾਲ ਜੋ ਤੈਅ ਕੀਤੀ ਗਈ ਹੈਗੀ ਹੈ।
ਗੱਲ ਜੀ ਇਹ ਵੈਸੇ ਹਰਿਆਣਾ 'ਚੋਂ ਹਲੇ ਤੱਕ ਮੈਨੂੰ ਕੋਈ ਇਦਾਂ ਦਾ ਕੋਈ ਨਹੀਂ ਪਤਾ ਲੱਗਿਆ ਇਸ ਵਾਰ। ਪਿਛਲੀ ਵਾਰ ਹੁੰਦਾ ਸੀ, ਮੈਂ ਦੱਸਿਆ ਵੀ ਆ, ਮੈਂ ਆਪਣੀ ਵੀਡੀਓਜ਼ ਬਣਾ ਕੇ ਫੇਸਬੁੱਕ 'ਤੇ ਪਾਈ ਸੀ ਕਿ ਅਗਰ ਕਿਤੇ ਇਦਾਂ ਦੀ ਪ੍ਰੋਬਲਮ ਹੁੰਦੀ ਤਾਂ ਸਾਨੂੰ ਦੱਸੋ, ਅਸੀਂ ਇੱਥੇ ਆਵਾਜ਼ ਉਠਾਵਾਂਗੇ, ਕਿਉਂਕਿ ਇਹ ਉਹ ਪਲੇਟਫਾਰਮ ਸਾਨੂੰ ਮਿਲਿਆ ਕਿ ਜਿੱਥੇ ਅਸੀਂ ਆਪਣੇ ਆਪਸੀ ਜਿਹੜੇ ਝਗੜੇ ਨੇ ਉਹ ਨਿਪਟਾ ਸਕੀਏ। ਪਰ ਰੀਸੈਂਟਲੀ ਕੱਲ੍ਹ ਪਰਸੋਂ ਦੀ ਇੱਕ ਘਟਨਾ ਹੈਗੀ ਹੈ, ਕਰਨਾਲ ਦਾ ਜਿਹੜਾ ਇੱਕ ਪਿੰਡ ਆ ਗੜੀ ਫਰਲ, ਉੱਥੇ ਕੀ ਹੋਇਆ, ਇੱਕ ਮਜ਼ਦੂਰ ਭਰਾ ਗਿਆ ਸੀ ਕਿਸੇ ਦੇ ਜ਼ਿਮੀਂਦਾਰ ਦੇ ਦਿਹਾੜੀ ਲਗਾਉਣ ਗਿਆ ਸੀ, ਤੇ ਉਹਨਾਂ ਨੇ ਇਲਜ਼ਾਮ ਲਾਇਆ ਚੋਰੀ ਦਾ। ਅਗਰ ਕਿਸੇ ਤੇ ਇਲਜ਼ਾਮ ਆ ਤਾਂ ਉਹਦੀ ਆਪਾਂ ਪੁਲਿਸ ਕੰਪਲੇਂਟ ਕਰਕੇ ਪੁਲਿਸ ਕੋਲ ਲਿਜਾ ਸਕਦੇ ਹਾਂ, ਪੁਲਿਸ ਦੀ ਕਾਰਵਾਈ ਕਰੂਗੀ। ਪਰ ਉਸ ਬੰਦੇ ਨੇ ਉਹਨੂੰ ਖੁਦ ਖੇਤਾਂ ਦੇ ਵਿੱਚ ਪੁੱਠਾ ਲਟਕਾ ਕੇ 4 ਘੰਟੇ ਉਹਨੂੰ ਲਟਕਾ ਕੇ ਰੱਖਿਆ। ਇਹਦੀ ਫੋਟੋ ਵੀ ਹੈਗੀ ਆ। ਅਸੀਂ ਚਾਹੁੰਦੇ ਤੁਸੀਂ ਕੈਮਰੇ ਦੇ ਸਾਹਮਣੇ ਜ਼ਰੂਰ ਦਿਖਾ ਦਿੱਤੀ ਜਾਵੇ। ਸੋ ਦਰਸ਼ਕੋ, ਇਹ ਤੁਸੀਂ ਫੋਟੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਰਨਾਲ ਦੇ ਵਿੱਚ ਇੱਕ ਗਾঁव ਹੈਗਾ, ਉੱਥੇ ਜ਼ਿਮੀਂਦਾਰ ਦੇ ਦਿਹਾੜੀ ਲਾਉਣ ਜਾਂਦਾ ਆ ਕਿਸ ਮਜ਼ਦੂਰ, ਤਾਂ ਉਹਦੀ ਹਾਲਾਤ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਕਰ ਦਿੱਤੀ ਜਾਂਦੀ। ਗੱਲ ਇਲਜ਼ਾਮ ਦੀ ਕਰਦੇ ਆ ਕਿ ਜਿਹੜਾ ਚੋਰੀ ਦਾ ਇਲਜ਼ਾਮ ਲੱਗਾ, ਕਿਉਂਕਿ ਜਦ ਤੱਕ ਇਲਜ਼ਾਮ ਸਾਬਤ ਨਾ ਹੋਵੇ ਉਦੋਂ ਤੱਕ ਅਸੀਂ ਕੁਝ ਵੀ ਉਹਦੇ ਨਾਲ ਨਹੀਂ ਕਰ ਸਕਦੇ। ਹਾਂ ਬਿਲਕੁਲ ਜੀ, ਇਹ ਵੀ ਗੱਲ ਆ। ਜਿੱਦਾਂ ਆਪਾਂ ਦੇਖਦੇ ਹਾਂ ਤਾਂ ਉਹਨੂੰ ਆਪਾਂ ਲਾਅ ਦੀ ਟਰਮ ਨਾਲ ਉਹਨੂੰ ਕਥਿਤ ਦੋਸ਼ੀ ਕਵਾਂਗੇ, ਆਪਾਂ ਉਹਨੂੰ ਅਕਿਊਜ਼ਡ ਕਵਾਂਗੇ। ਉਹਨੂੰ ਆਪਾਂ ਉਦੋਂ ਤੱਕ ਉਹਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਦੋਸ਼ੀ ਆ ਉਹਨੂੰ, ਕਿਉਂਕਿ ਇਹ ਇੱਕ ਬੜਾ ਵੱਡਾ ਮਸਲਾ ਤੇ ਇਹ ਬੰਦੇ ਆਪਣੇ ਆਪ ਹੀ ਡਿਸਾਈਡ ਕਰਨ ਲੱਗੇ। ਇੱਥੇ ਕਿਤੇ ਨਾ ਕਿਤੇ ਜਾਤੀਵਾਦੀ ਮਾਨਸਿਕਤਾ ਦਿਖਦੀ ਆ। ਪਰ ਅਸੀਂ ਗੁਜ਼ਾਰਿਸ਼ ਕਰਾਂਗੇ, ਅਸੀਂ ਫੇਰ ਵੀ ਇਸ ਅੰਦੋਲਨ ਦੇ ਨਾਲ ਆ ਤੇ ਐਂਡ ਤੱਕ ਅਸੀਂ ਅੰਦੋਲਨ ਦੇ ਨਾਲ ਰਹਾਂਗੇ। ਅਸੀਂ ਗੁਜ਼ਾਰਿਸ਼ ਕਰਾਂਗੇ ਕਿ ਜਿਹੜੇ ਬੰਦੇ ਇਸ ਅੰਦੋਲਨ ਨਾਲ ਜੁੜੇ ਹੋਏ ਨੇ ਉਹ ਆਪਣੇ ਪਿੰਡਾਂ 'ਚ ਜਾ ਕੇ ਇਹ ਗੱਲਾਂ ਦੱਸਣ ਕਿ ਤੁਸੀਂ ਵੀ ਇਹਨਾਂ ਚੀਜ਼ਾਂ ਨੂੰ, ਜਿਹੜੇ ਭੇਦਭਾਵ ਸੀ, ਇਹਨਾਂ ਨੂੰ ਖਤਮ ਕਰੋ, ਕਿਉਂਕਿ ਜਿਹੜਾ ਸਾਡਾ ਦੁਸ਼ਮਣ ਆ ਉਹ ਕੋਈ ਹੋਰ ਆ। ਅਸੀਂ ਆਪਦਾ ਦੁਸ਼ਮਣ, ਜਿਹੜਾ ਹਿੰਦੂਤਵਾ ਸਾਡਾ ਦੁਸ਼ਮਣ ਆ, ਉਹਨੂੰ ਪਹਿਚਾਣੀਏ ਤੇ ਅਸੀਂ ਉਹਦੇ ਖਿਲਾਫ ਲੜੀਏ। ਉਹਦੇ ਮਾਸ ਦੇ ਰਿਸ਼ਤੇ ਦੀ ਵੀ ਕੀਤੀ ਜਾਂਦੀ ਹੈ ਕਿ ਮਜ਼ਦੂਰ ਤੇ ਕਿਸਾਨ ਦਾ ਰਿਸ਼ਤਾ ਇੱਕ 9 ਮਾਸ ਦਾ ਹੁੰਦਾ ਹੈ, ਜਿਹਨੂੰ ਹਮੇਸ਼ਾ ਸਦੀਆਂ ਤੋਂ ਚਲਾਇਆ ਜਾਂਦਾ ਹੈ। ਜੀ ਉਹ 9 ਮਾਸ ਦਾ ਰਿਸ਼ਤਾ ਜਿਹੜਾ ਅੱਗੇ ਤੱਕ ਲੈ ਕੇ ਜਾਣਾ, ਤੇ ਸਾਨੂੰ ਇਹ ਪਹਿਚਾਨਣਾ ਪਊਗਾ ਤੇ ਸਾਡਾ ਦੁਸ਼ਮਣ ਕੌਣ ਆ। ਉਹ ਦੁਸ਼ਮਣ ਨੂੰ ਪਹਿਚਾਣ ਕੇ ਅਸੀਂ ਉਹਦੇ ਨਾਲ ਲੜੀਏ, ਨਾ ਕਿ ਅਸੀਂ ਆਪਸ ਵਿੱਚ ਲੜੀਏ। ਤੇ ਜਿਹੜੀ ਅਸੀਂ ਜਾਤੀਵਾਦੀ ਮਾਨਸਿਕਤਾ ਜਿਹੜੀ ਕਿਤੋਂ ਹੋਰ ਆਈ ਹੋਈ ਮਾਨਸਿਕਤਾ, ਅਸੀਂ ਕਿਸੇ ਹੋਰ ਦਾ ਮੋਹਰਾ ਬਣ ਕੇ ਅਸੀਂ ਆਪਸੀ ਫੁੱਟ ਨਾ ਪਾਈਏ। ਆਪਸੀ ਫੁੱਟ ਕਾਰਨ ਸਾਡਾ ਸਰਕਾਰ ਕਿਤੇ ਨਾ ਕਿਤੇ ਨਹੀਂ ਚਾਹੁੰਦੀ ਕਿ ਮਜ਼ਦੂਰ ਤੇ ਕਿਸਾਨ ਇਕੱਠੇ ਹੋ ਜਾਣ, ਕਿਉਂਕਿ ਏਕਤਾ ਜ਼ਿਆਦਾ ਵੱਧ ਸਕਦੀ ਹੈ ਜੇ ਇਹ ਦੋਨੇ ਇਕੱਠੇ ਹੋ ਗਏ। ਜੀ ਬਿਲਕੁਲ ਇਹੀ ਗੱਲ ਆ, ਬਿਲਕੁਲ ਤੋੜਨਾ ਚਾਹੁੰਦੀ ਹੈ। ਤੇ ਇਹਦੇ ਲਈ ਤੁਸੀਂ ਦੇਖੋਗੇ ਇੱਥੇ ਵੀ ਕਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ, ਪਹਿਲਾਂ ਵੀ ਰਚੀਆਂ ਗਈਆਂ ਸੀ ਤੇ ਕਈ ਹੋਰ ਕਿਤੋਂ, ਜਿੱਦਾਂ ਪੰਜਾਬ ਦੇ ਵਿੱਚ ਇਦਾਂ ਦਾ ਵੀ ਕਿਹਾ ਜਾਂਦਾ ਬੀਜੇਪੀ ਵੱਲੋਂ ਕਿ ਅਸੀਂ ਦਲਿਤ CM ਬਣਾਵਾਂਗੇ। ਫਿਰ ਆਪਣੇ ਇੱਥੋਂ ਵੀ ਹੋਇਆ ਕਿ ਤੁਸੀਂ ਐਂ ਕਰੋ, ਯੂਪੀ ਦੇ ਵਿੱਚੋਂ ਛੱਡ ਦਿਓ ਆਪਣੇ ਵਾਲਾ CM ਨੂੰ, ਉੱਥੋਂ ਤੁਸੀਂ ਕਿਸੇ ਦਲਿਤ ਨੂੰ ਨੋਮੀਨੇਟ ਕਰੋ, CM ਬਣਾਓ। ਤੇ PM ਨੂੰ ਕਹਿੰਦੇ ਨੇ ਤੁਸੀਂ ਉਹਨੂੰ ਰਿਜ਼ਾਈਨ ਕਰਾ ਕੇ ਤੁਸੀਂ ਉੱਥੇ ਬਣਾਓ, ਬਥੇਰੇ MP ਹੈਗੇ ਨੇ। ਇਹ ਪਰ ਕਿਉਂਕਿ ਪੰਜਾਬ ਦੇ ਇਸ ਲਈ, ਕਿਉਂਕਿ ਪੰਜਾਬ ਹੁਣ ਇਹਦਾ ਇੱਕ ਧੁਰਾ ਬਣਿਆ ਹੋਇਆ ਇਸ ਅੰਦੋਲਨ ਦਾ, ਇਸ ਕਰਕੇ ਇਸ ਤਰੀਕੇ ਨਾਲ ਪੰਜਾਬ ਹਰਿਆਣੇ ਦੇ ਵਿੱਚੋਂ ਇਹ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਜਾਤੀਵਾਦੀ। ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਵੀ ਇਹਨਾਂ ਨੇ ਇੱਕ BJP ਵਾਲਿਆਂ ਨੇ ਚਾਲ ਚੱਲੀ ਸੀ। ਉਦੋਂ ਇਹਨਾਂ ਨੇ BJP ਵਾਲਿਆਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਜਿੰਨੇ ਵੀ ਬੁੱਤ ਨੇ ਉੱਥੇ ਇਹਨਾਂ ਨੇ ਫੁੱਲ ਪਾਏ ਸੀ, ਤੇ ਉਹਨਾਂ ਨੇ ਮਤਲਬ ਕਿ ਦਲਿਤਾਂ ਤੇ ਕਿਸਾਨਾਂ ਦੇ ਇੱਕ ਆਪਣਾ ਪਾੜਾ ਵਧਾਉਣ ਦੀ ਗੱਲ ਕੀਤੀ ਸੀ। ਪਰ ਉਦੋਂ ਹੀ ਦਲਿਤਾਂ ਨੇ ਖੁਦ ਹੀ BJP ਵਾਲਿਆਂ ਨੂੰ ਖੁਦ ਹੀ ਭਜਾਇਆ ਸੀ, ਕਈ ਜਗ੍ਹਾ ਤਾਂ ਉਹਨਾਂ ਨੇ ਕੁੱਟੇ ਵੀ ਸੀ। ਕਿਉਂਕਿ ਇਹ ਸਾਡਾ ਜਿਹੜਾ ਸਮਾਜ ਹਮੇਸ਼ਾ ਨਾਲ ਖੜਿਆ ਤੇ ਅੱਗੇ ਵੀ ਖੜਾਂਗੇ, ਸਾਡੇ 'ਚ ਕੋਈ ਫੁੱਟ ਪਾਉਣ ਦੀ ਕੋਸ਼ਿਸ਼ ਕਰੂਗਾ। ਪਰ ਇਹਦੇ ਲਈ ਹੈ ਕਿ ਤੁਸੀਂ ਤੁਹਾਡੇ 'ਚ ਫੁੱਟ ਪੈਂਦੀ ਆ, ਉਹ ਫੁੱਟ ਨੂੰ ਜਿਵੇਂ ਜਿਹੜੇ ਰਿਸ਼ਤੇ ਹੁੰਦੇ ਨੇ ਉਹ ਰਿਸ਼ਤੇ ਦੋਨਾਂ ਧਿਰਾਂ ਨਾਲ ਚੱਲਦੇ ਹੁੰਦੇ ਨੇ। ਅਗਰ ਅਸੀਂ ਘਰ 'ਚ ਵੀ ਦੇਖੀਏ, ਮੀਆਂ ਬੀਵੀ ਦੇ ਵਿੱਚ ਵੀ ਲੜਾਈਆਂ ਹੁੰਦੀਆਂ ਨੇ, ਦੋਨਾਂ ਧਿਰਾਂ ਨਾਲ ਚੱਲਦੀਆਂ ਹੁੰਦੀਆਂ। ਇਸ ਕਰਕੇ ਕਿਸਾਨ ਮਜ਼ਦੂਰ ਦੀ ਵੀ ਜਿਹੜੀ ਏਕਤਾ ਦੋਨਾਂ ਧਿਰਾਂ ਦੇ ਵੱਲੋਂ ਬਣੂਗੀ, ਦੋਨੇ ਹੱਥ ਵਧਾਉਣ। ਹੁਣ ਇਸ ਅੰਦੋਲਨ ਦੇ ਵਿੱਚ ਦੋਨੋਂ ਜਣੇ ਹੱਥ ਵਧਾ ਕੇ ਅੱਗੇ ਆਏ ਸੀ। ਉਹ ਇਸੇ ਤਰ੍ਹਾਂ ਅੱਗੇ ਤਾਂ ਹੀ ਚੱਲ ਸਕਦਾ ਜਦੋਂ ਦੋਨੀ ਧਿਰਾਂ ਆਪਣੇ ਆਪ ਨੂੰ ਸੈਂਸਿਟਾਈਜ਼ ਹੋ ਕੇ ਇੱਕ ਦੂਜੇ ਨਾਲ ਰਲ ਕੇ ਰਹਿਣਗੀਆਂ। ਜੀ ਗੁਰਦੀਪ ਜੀ, ਜਦੋਂ ਫਿਰ ਮਜ਼ਦੂਰਾਂ ਨਾਲ ਗੱਲਬਾਤ ਕਰਦੇ ਹੋ, ਜਿਸ ਹਿਸਾਬ ਨਾਲ ਤੁਸੀਂ ਦੱਸਿਆ ਕਿ ਉਹ ਆਮਦਨੀ ਤੋਂ ਖੁਸ਼ ਨਹੀਂ ਹੈਗੇ ਜੋ ਮਤਿਆਂ ਦੇ ਵਿੱਚ ਤੈਅ ਕੀਤੀ ਗਈ ਆ, ਤਾਂ ਅਸਲ ਦੇ ਵਿੱਚ ਕੀ ਚਾਹੁੰਦੇ ਨੇ ਮਜ਼ਦੂਰ? ਕਿੰਨੀ ਉਹਨਾਂ ਦੀ ਆਮਦਨੀ ਹੋਣੀ ਚਾਹੀਦੀ ਸੀ ਜਿਹੜੀ ਉਹਨਾਂ ਨੂੰ ਨਹੀਂ ਮਿਲ ਰਹੀ ਹੈ? ਦੇਖੋ ਜੀ, ਤੁਸੀਂ ਇੱਕ ਦੇਖਿਆ ਕਿ ਸੰਵਿਧਾਨ ਦੇ ਅਕੋਰਡਿੰਗ ਵੀ ਆ, ਲੇਬਰ ਲਾਜ਼ ਵੀ ਹੈਗੇ ਨੇ, ਉਹਦਾਂ ਦੇ ਅੰਡਰ ਮਿਨੀਮਮ ਵੇਜਸ ਦੀ ਗੱਲ ਕੀਤੀ ਜਾਂਦੀ ਆ। ਜਿਵੇਂ ਕੋਈ ਏਰੀਆ ਹੁੰਦਾ ਉੱਥੇ ਦਾ ਇੱਕ DC ਰੇਟ ਜਿਹਦੀ ਆਪਾਂ ਗੱਲ ਕਰਦੇ ਹਾਂ ਕਿ ਮਿਨੀਮਮ ਵੇਜਸ ਹੁੰਦਾ ਅੰਡਰ ਦਾ, ਉਸ ਏਰੀਏ ਦੇ ਹਿਸਾਬ ਨਾਲ, ਜਿਵੇਂ ਚੰਡੀਗੜ੍ਹ ਦਾ ਅਲੱਗ DC ਰੇਟ ਹੋਊਗਾ, ਲੁਧਿਆਣੇ ਦਾ ਅਲੱਗ ਹੋਊਗਾ, ਸ਼ਹਿਰ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਤੈਅ ਹੁੰਦਾ। ਤੇ ਇਸ ਤਰੀਕੇ ਨਾਲ ਉਹ ਜਿਹੜੀ ਆ ਉਹਨਾਂ ਦੀ ਦਿਹਾੜੀ ਮਜ਼ਦੂਰੀ ਆ ਡਿਸਾਈਡ ਹੋਣੀ ਚਾਹੀਦੀ ਆ। ਦੂਜੀ ਗੱਲ ਆ, ਜਿਹੜੇ ਇੱਦਾਂ ਦੇ ਮਤੇ ਪਾਉਂਦੇ ਨੇ,
ਪ੍ਰੋਬਲਮ ਸਿਸਟਮ ਦੇ ਵਿੱਚ ਆ। ਉਹ ਕਹਿੰਦੇ ਨੇ ਕਈ ਵਾਰ ਕਿ ਸਾਡੇ ਜਿਹੜਾ ਇਸ ਤੋਂ ਕੁਝ ਬਚਦਾ ਨਹੀਂ ਹੈਗਾ। ਜੇ ਤੁਹਾਡੀ ਖੇਤੀ ਦੇ ਵਿੱਚ ਕੁਝ ਨਹੀਂ ਬਚਦਾ, ਇਹਦੇ ਲਈ ਮਜ਼ਦੂਰ ਜ਼ਿੰਮੇਵਾਰ ਨਹੀਂ ਹੈਗੇ, ਇਹਦੇ ਲਈ ਜ਼ਿੰਮੇਦਾਰ ਸਰਕਾਰਾਂ ਨੇ। ਤੁਸੀਂ ਇੱਥੇ MSP ਦੀ ਡਿਮਾਂਡ ਕਰਦੇ ਹੋ, ਜੇ ਉਹ ਤੁਸੀਂ MSP ਦੀ ਡਿਮਾਂਡ ਕਰਦੇ ਹੋ ਤਾਂ ਮਜ਼ਦੂਰਾਂ ਨੂੰ ਵੀ ਮਿਨੀਮਮ ਵੇਜਸ ਦਾ ਹੱਕ ਹੈਗਾ। ਇਸ ਕਰਕੇ ਦੋਨੇ ਚੀਜ਼ਾਂ ਇਸ ਤਰੀਕੇ ਨਾਲ ਦੋਨੇ ਕਿੰਨੀ ਤੈਅ ਹੋਣੀ ਚਾਹੀਦੀ ਸੀ ਜਿਹੜੀ ਉਹਨਾਂ ਨੂੰ ਮਿਲਣੀ ਚਾਹੀਦੀ? ਨਹੀਂ, ਉਹ ਇਦਾਂ ਉਹ ਦੋਨਾਂ ਦੀ ਸੈਟਲਮੈਂਟ ਹੋਊਗੀ ਪਿੰਡ 'ਚ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮਿਨੀਮਮ ਵੇਜਸ ਦੇ ਹਿਸਾਬ ਨਾਲ ਹੋਣੀ ਚਾਹੀਦੀ ਆ, ਕਿਉਂਕਿ ਵੀ ਕਿਹੜਾ ਏਰੀਆ ਉੱਥੇ ਕਿੰਨਾ ਕੀ ਖਰਚਾ ਹੁੰਦਾ। ਜਿਵੇਂ ਹੁਣ ਆਪਾਂ ਦੇਖੀਏ ਹਰਿਆਣੇ ਦੇ ਵਿੱਚ ਕੀ ਆ, ਹਰਿਆਣੇ 'ਚ ਤੁਸੀਂ ਦੇਖੋਗੇ ਜਿਹੜੇ 2 ਏਰੀਏ ਨੇ ਮੇਵਾਤ ਅਤੇ ਰੇਵਾੜੀ ਆ, ਉੱਥੇ ਕੋਈ ਜੌਬ ਕਰਨਾ ਦਾ ਉਹਨਾਂ ਨੂੰ ਜ਼ਿਆਦਾ ਪੈਸੇ ਦਿੱਤੇ ਜਾਂਦੇ ਨੇ ਅਦਰ ਜਿਹੜੇ ਜ਼ਿਲ੍ਹਿਆਂ ਦੀ ਬਜਾਏ, ਕਿਉਂਕਿ ਉਹ ਦੇਖੇ ਜਾਂਦੇ ਨੇ ਕਿਹੜੇ ਏਰੀਏ ਦੇ ਵਿੱਚ ਜ਼ਿਆਦਾ ਬੰਦੇ ਦੀਆਂ ਜਿਹੜੀਆਂ ਜਿੱਦਾਂ ਕਿਰਾਇਆ ਕਿੰਨਾ ਹੋਊਗਾ ਜਾਂ ਏਰੀਆ ਕਿੰਨਾ ਹੋਊਗਾ, ਉਸ ਹਿਸਾਬ ਨਾਲ ਹੁੰਦਾ। ਜਿਵੇਂ ਆਪਾਂ ਪਹਿਲਾਂ ਪੰਜਾਬ 'ਚ ਵੀ ਦੇਖਿਆ ਕੁਛ ਏਰੀਆ ਇੱਦਾਂ ਦੇ ਹੁੰਦੇ ਜਦੋਂ ਬੰਦੇ ਦੀ ਉੱਥੇ ਟਰਾਂਸਫਰ ਹੁੰਦੀ ਸੀ, ਉੱਥੇ ਜ਼ਿਆਦਾ ਪੈਸੇ ਦਿੱਤੇ ਜਾਂਦੇ ਸਰਕਾਰੀ ਜੌਬ ਵਾਲੇ। ਇਸੇ ਤਰੀਕੇ ਨਾਲ ਦੂਜੀ ਗੱਲ ਦਿਹਾੜੀ ਦੀ ਗੱਲ ਰਹੀ ਤਾਂ ਕੰਮ ਦੇ ਹਿਸਾਬ ਨਾਲ ਉੱਦਾਂ ਦੀ ਦਿਹਾੜੀ ਡਿਸਾਈਡ ਹੋਊਗੀ ਕੰਮ ਕਿੱਦਾਂ ਦਾ। ਜੇ ਕੋਈ ਬੰਦਾ ਮਿਸਤਰੀ ਨਾਲ ਜਾਊਗਾ ਤਾਂ ਉਹਦੀ ਅਲੱਗ ਦਿਹਾੜੀ ਹੋਊਗੀ, ਜੇ ਕੋਈ ਝੋਨਾ ਲਾਊਗਾ ਉਹਦੀ ਅਲੱਗ ਦਿਹਾੜੀ ਹੋਊਗੀ, ਅਤੇ ਜੇ ਕਿਸੇ ਦਾ ਠੇਕਾ ਹੋਊਗਾ ਤਾਂ ਉਹਦੀ ਅਲੱਗ ਠੇਕਾ ਹੋਊਗਾ। ਇਸ ਤਰੀਕੇ ਨਾਲ ਦਿਹਾੜੀ ਤੈਅ ਹੋਊਗੀ, ਪਰ ਉਹ ਸੈਟਲਮੈਂਟ ਇਕੱਠੇ ਬੈਠ ਕੇ ਹੋਣੀ ਆ, ਦੋਨਾਂ ਧਿਰਾਂ ਦੇ ਇੰਟਰਸਟਾਂ ਨੂੰ ਦੇਖ ਕੇ ਹੋਣੀ ਆ। ਤੁਸੀਂ ਇਹ ਨਾ ਕਹੋ ਕਿ ਸਾਨੂੰ ਜੇ ਅੱਗੇ ਤੋਂ ਰੇਟ ਘੱਟ ਮਿਲਦਾ ਤਾਂ ਉਹਦਾ ਤੁਸੀਂ ਸਾਰਾ ਜਿਹੜੇ ਸਾਰਾ ਉਹਦਾ ਉਹ ਆ ਜਿੰਮਾ ਉਹ ਸਿਰਫ ਮਜ਼ਦੂਰਾਂ 'ਤੇ ਨਾ ਪਾਵੋ ਕਿ ਇਹਨਾਂ ਦੀ ਦਿਹਾੜੀ ਵੱਧਦਾ ਤਾਂ। ਜੀ ਗੁਰਦੀਪ ਜੀ, ਜਿਸ ਹਿਸਾਬ ਦੇ ਨਾਲ ਤੁਹਾਡੀ ਜਥੇਬੰਦੀ ਹੈਗੀ ਜਿਹੜੀ ਉਹ ਕੰਮ ਕਰਦੀ ਹੈ, ਤਾਂ ਹੁਣ ਤੱਕ ਕੀ ਕੰਮ ਤੁਸੀਂ ਇਸ ਮਜ਼ਦੂਰਾਂ ਨੂੰ ਲੈ ਕੇ ਜਿਹੜਾ ਕਰ ਚੁੱਕੇ ਹੋ? ਅਸਲ ਸਾਡੀ ਜਿਹੜੀ ਜਥੇਬੰਦੀ ਆ ਉਹ ਹੈਗੀ ਸਟੂਡੈਂਟਸ ਜਥੇਬੰਦੀ। ਅਸੀਂ ਬੇਸ ਜਿਹੜਾ ਸਾਡਾ ਮੇਨ ਕੰਮ ਆ ਉਹ ਹੈਗਾ ਅਸੀਂ ਸਟੂਡੈਂਟਸ ਦੇ ਰਾਈਟਸ ਲਈ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਾਡਾ ਜਿਹੜਾ ਮੇਨ ਕੰਮ ਆ ਸਟੂਡੈਂਟਸ ਰਾਈਟਸ ਦੇ ਲਈ ਕੰਮ ਕਰਨਾ, ਪਾਰਟੀਕੂਲਰ ਫਾਰ ਦਾ ਸਟੂਡੈਂਟਸ ਇਨ ਜਨਰਲ। ਜਿੱਥੇ ਵੀ ਕਿਸੇ ਵੀ ਰਾਈਟਸ ਦੀ ਹੱਕਾਂ ਦੀ ਵਾਇਲੇਸ਼ਨ ਹੁੰਦੀ ਹੈ ਤਾਂ ਉੱਥੇ ਅਸੀਂ ਕੋਸ਼ਿਸ਼ ਕਰਦੇ ਹਾਂ ਜਾਣ ਦੀ ਐਜ਼ ਪਰ ਜੀ ਅਸੀਂ ਸਕਾਲਰਸ਼ਿਪ ਦੇ ਇਸ਼ੂ ਦੇ ਉੱਤੇ ਸਟੂਡੈਂਟਸ ਦੇ ਬੜੇ ਹੱਕ ਦਵਾਏ ਆ। ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਸਟੂਡੈਂਟਸ ਦੀ ਸਾਡਾ ਜਿਹੜਾ ਮੇਨ ਫੋਕਸ ਆ ਸਟੂਡੈਂਟਸ ਦੇ ਲਈ। ਅਸੀਂ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਦੇ ਵਜ਼ੀਫਿਆਂ ਦੇ ਉੱਤੇ ਗੱਲ ਕੀਤੀ ਆ, ਕਿਸੇ ਨੂੰ ਹੋਸਟਲ ਨਹੀਂ ਮਿਲਦਾ ਤਾਂ ਹੋਸਟਲ ਦਿਵਾਉਣ ਦੇ ਲਈ ਕੰਮ ਕਰਦੇ ਆ, ਇੱਦਾਂ ਦੇ ਕੰਮ ਕੀਤੇ ਨੇ। ਬਾਕੀ ਜਿਹੜੇ ਇੱਦਾਂ ਦੇ ਸਾਡੇ ਕੋਲ ਕੇਸ ਆਉਂਦੇ ਨੇ, ਮੰਨ ਲਓ ਕਈ ਵਾਰ ਐਟਰੋਸਿਟੀ ਦੇ ਕੇਸ ਆ ਗਏ ਤਾਂ ਅਸੀਂ ਉਹ ਚੀਜ਼ ਦੀ ਥੋੜੀ ਫੈਕਟ ਫਾਈਂਡਿੰਗ ਕਰਕੇ ਉਹਨੂੰ ਲਿਖ ਕੇ ਫਿਰ ਅਸੀਂ ਸੰਬੰਧਿਤ ਕਿਸੇ ਅਧਿਕਾਰੀ ਨੂੰ ਲੈਟਰ ਲਿਖ ਕੇ ਦਿੰਦੇ ਹਾਂ। ਅਤੇ ਉਹਦੇ ਲਈ ਇਹ ਆ ਵੀ ਅਸੀਂ ਇਨੀਸ਼ੀਏਟ ਕਰਦੇ ਹਾਂ ਤਾਂ ਕਈ ਜਗ੍ਹਾ ਨਿਆਂ ਮਿਲਿਆ ਵੀ ਆ ਸਟੂਡੈਂਟਸ ਰਾਈਟਸ ਦੇ ਵਿੱਚ। ਤਾਂ ਸਾਡਾ ਇਹ ਵੀ ਪਤਾ ਸੀਗਾ ਕਿ ਜੇ ਸੰਯੁਕਤ ਕਿਸਾਨ ਮੋਰਚੇ ਨੂੰ ਅਸੀਂ ਇਹ ਲੈਟਰ ਦੇਵਾਂਗੇ, ਇਹ ਚਿੱਠੀ ਲਿਖ ਕੇ ਦੱਸਾਂਗੇ ਤਾਂ ਇਹ ਸੰਯੁਕਤ ਕਿਸਾਨ ਮੋਰਚਾ ਹੱਲ ਕਰੂਗਾ ਫਿਰ ਪੂਰੇ ਪੰਜਾਬ ਦਾ ਬਿਲਕੁਲ ਇਹ ਗੱਲ ਹੈਗੀ ਆ ਕਿ ਜਿਹੜੇ ਸੰਯੁਕਤ ਮੋਰਚੇ ਦਾ ਮੰਨ ਲਓ ਪੂਰੇ ਪੰਜਾਬ ਦਾ ਤਾਂ ਨਹੀਂ ਹੱਲ ਕਰ ਸਕਦਾ, ਬਟ ਸੰਯੁਕਤ ਮੋਰਚਾ ਇੰਨੀ ਗੱਲ ਕਰ ਸਕਦਾ ਕਿ ਜਿਹੜੇ ਬੰਦੇ ਉਹਨਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਸੈਂਸਿਟਾਈਜ਼ ਕਰ ਸਕਦਾ ਕਿ ਤੁਸੀਂ ਇਹ ਕੰਮ ਨਹੀਂ ਕਰਨਾ। ਜਿਹੜੇ ਤਾਂ ਹੁਣ ਆਪਾਂ ਦੇਖ ਲਿਆ ਸਾਡੇ ਪੰਜਾਬ 'ਚ ਸਾਰੀਆਂ ਧਿਰਾਂ ਹੈਗੀਆਂ ਨੇ, ਸਾਰੀਆਂ ਧਿਰਾਂ ਨੇ, ਸਾਰੇ ਲੋਕ ਇੱਥੇ ਜਿਹੜੇ ਬਹੁਤ ਜ਼ਿਆਦਾ ਜ਼ਮੀਨਾਂ ਵਾਲੇ ਨੇ ਅੰਦੋਲਨ 'ਚ ਵੀ ਨਹੀਂ ਆਏ ਹੈਗੇ, ਇੱਦਾਂ ਦੇ ਵੀ ਹੈਗੇ ਨੇ ਕਈ ਬੰਦੇ ਅੰਦੋਲਨ 'ਚ ਨਹੀਂ ਵੀ ਆਏ ਹੈਗੇ। ਤਾਂ ਉਹ ਜਿਹੜੇ ਨਹੀਂ ਆਏ ਹੈਗੇ ਤੁਸੀਂ ਉਹਨਾਂ 'ਤੇ ਨਹੀਂ ਥੋਪ ਸਕਦੇ। ਜਿਹੜੇ ਬੰਦੇ ਤੁਹਾਡੇ ਵੈਸੇ ਤਾਂ ਸਾਰਿਆਂ ਨੂੰ ਸਾਨੂੰ ਜਿਹੜਾ ਭਾਈਵਾਲਤਾ ਦਾ ਸਾਂਝੀਵਾਲਤਾ ਸੁਨੇਹਾ ਤਾਂ ਸਾਨੂੰ ਸਾਰਿਆਂ ਨੂੰ ਦੇਣਾ ਚਾਹੀਦਾ, ਬਟ ਮੇਰਾ ਜਿਹੜਾ ਸੰਯੁਕਤ ਮੋਰਚੇ ਨੂੰ ਲਿਖਣ ਦਾ ਜਿਹੜਾ ਕਾਰਨ ਇਹ ਆ, ਕਮ ਸੇ ਕਮ ਤੁਸੀਂ ਤੁਹਾਡੇ ਜਿਹੜਾ ਕੇਡਰ ਦੇ ਬੰਦੇ ਨੇ ਉਹਨਾਂ ਨੂੰ ਤਾਂ ਤੁਸੀਂ ਕਹਿ ਸਕਦੇ ਹੋ ਕਿ ਵੀ ਤੁਸੀਂ ਇਹ ਨਹੀਂ ਕਰਨਾ ਹੈਗਾ, ਬਾਕੀ ਦੀ ਕੋਈ ਜ਼ਿੰਮੇਵਾਰੀ ਨਹੀਂ। ਅਸੀਂ ਆਪਣੇ ਘਰ ਦੀ ਜ਼ਿੰਮੇਵਾਰੀ ਤਾਂ ਲੈ ਸਕਦੇ ਹਾਂ, ਇਸ ਕਰਕੇ ਉਹ ਘਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਉਹ ਇੱਥੋਂ ਇਹ ਆਵਾਜ਼ ਚੱਕਣ ਅਤੇ ਸਾਰਿਆਂ ਨੂੰ ਸੈਂਸਿਟਾਈਜ਼ ਕਰਨ। ਜਿਵੇਂ ਕਿ ਇੱਕ ਆਪਣੇ ਕਈ ਵਾਰ ਸਟੇਜਾਂ 'ਤੇ ਦੇਖਿਆ ਕਿ ਕਹਿ ਦਿੰਦੇ ਨੇ ਅਸੀਂ ਟ੍ਰੇਨਾਂ ਦੀਆਂ ਟਿਕਟਾਂ ਨਹੀਂ ਦੇਣੀਆਂ ਹੈਗੀਆਂ, ਉਹ ਵੀ ਸੰਯੁਕਤ ਮੋਰਚਾ ਕਰ ਦਿੰਦਾ। ਟੋਲ ਪਲਾਜ਼ਿਆਂ 'ਤੇ ਸੰਯੁਕਤ ਮੋਰਚਾ ਡਿਸਾਈਡ ਕਰਦਾ ਕਿ ਬੈਠਣਾ, ਤਾਂ ਸੰਯੁਕਤ ਮੋਰਚੇ ਵਾਲੇ ਇਹ ਵੀ ਡਿਸਾਈਡ ਕਰ ਸਕਦੇ ਨੇ ਕਿ ਮਜ਼ਦੂਰਾਂ ਦੇ ਖਿਲਾਫ ਕੋਈ ਮਤਾ ਨਹੀਂ ਪਾਊਗਾ, ਮਜ਼ਦੂਰਾਂ ਤੋਂ ਬਿਨਾਂ ਪੁੱਛੇ ਬਿਨਾਂ ਉਹਨਾਂ ਦੇ ਖਿਲਾਫ ਕੋਈ ਚੀਜ਼ ਨਹੀਂ। ਜਿਹੜਾ ਕਿ ਸਰਾਸਰ ਜਿਹੜਾ ਆਪਾਂ ਕਹਿੰਦੇ ਫਤਵੇ ਹੁੰਦੇ ਨੇ ਜਿਹੜੇ ਅਤੇ ਜਿੱਦਾਂ ਕਈ ਧਰਮਾਂ 'ਚ ਵੀ ਹੁੰਦੇ ਸੀ ਵੀ ਫਤਵਾ ਜਾਰੀ ਕਰ ਦਿਓ, ਜਿਹਦੀ ਕੋਈ ਸੁਣਵਾਈ ਨਹੀਂ ਹੈਗੀ, ਜਿਹਦੀ ਕੋਈ ਰੈਮਡੀ ਨਹੀਂ ਹੈਗੀ, ਜਿੱਦਾਂ ਲੋਕਡਾਊਨ 'ਚ BJP ਵਾਲਿਆਂ ਨੇ ਕੀਤਾ। ਹੁਣ ਦੂਜੀ ਗੱਲ ਆ, ਜਦੋਂ ਅਸੀਂ ਇਹ ਕਹਿੰਦੇ ਆ ਕਿ ਜਿਹੜੀ ਇਹ ਮੋਦੀ ਸ਼ਾਹ ਗੌਰਮੈਂਟ ਆ, ਇਹਨਾਂ ਨੇ ਜਦੋਂ ਇਹ ਬਿੱਲ ਲੈ ਕੇ ਆਉਂਦੇ ਨੇ, ਇੰਟਰੋਡਿਊਸ ਕੀਤੇ ਨੇ, ਤਾਂ ਕਿਸੇ ਨੂੰ ਪੁੱਛਿਆ ਨਹੀਂ ਹੈਗਾ ਜੀ, ਪੁੱਛਿਆ ਨਹੀਂ ਹੈਗਾ। ਜਦੋਂ ਉਹਨਾਂ ਨੇ ਨਹੀਂ ਪੁੱਛਿਆ ਹੈਗਾ, ਇਹਦਾ ਮਤਲਬ ਕਿ ਮਜ਼ਦੂਰਾਂ ਨੇ ਵੀ ਲੋਕ ਬਣਾ ਦਿੱਤੇ ਕਿ 12 ਘੰਟੇ ਉਹਨਾਂ ਨੇ ਕੰਮ। ਹਾਂ, ਮਜ਼ਦੂਰਾਂ ਜਿਹੜੀ ਮੈਂ ਗੱਲ ਕਰਦਾ ਹੈ ਮਤੇ ਵਾਲੀ, ਅਤੇ ਜਦੋਂ ਮੋਦੀ ਨੇ ਤੁਹਾਨੂੰ ਨਹੀਂ ਪੁੱਛਿਆ ਉਹ ਗਲਤ ਗੱਲ ਆ, ਕਿਉਂਕਿ ਮੋਦੀ ਨੇ ਨਹੀਂ ਪੁੱਛਿਆ ਹੈਗਾ, ਸਰਕਾਰ ਨੇ ਨਹੀਂ ਪੁੱਛਿਆ।
ਤੇ ਤੁਸੀਂ ਮਜ਼ਦੂਰਾਂ ਖਿਲਾਫ ਕੁਝ ਪਾਸ ਕਰ ਰਹੇ ਹੋ, ਤੁਸੀਂ ਮਜ਼ਦੂਰਾਂ ਤੋਂ ਨਹੀਂ ਪੁੱਛ ਰਿਹਾ, ਤੇ ਇਹ ਤੁਹਾਨੂੰ ਵੀ ਪੁੱਛਣਾ ਚਾਹੀਦਾ। ਇਹ ਚੀਜ਼ ਤਾਂ ਦੋਨੀ ਤਾਂ ਕੰਟਰਾਡਿਕਟਰੀ ਨੇ ਨਾ, ਦੋਨਾਂ 'ਚ ਆਪਸ ਵਿੱਚ ਕੋਈ ਮੇਲ ਨਹੀਂ ਖਾਂਦਾ ਗਾ। ਇਸ ਕਰਕੇ ਦੋਨਾਂ ਚੀਜ਼ਾਂ ਦਾ ਅਸੀਂ ਕਿਸੇ ਤੋਂ ਹੱਕ ਮੰਗ ਰਹੇ ਹਾਂ ਤਾਂ ਅਸੀਂ ਕਿਸੇ ਦੇ ਹੱਕ ਨਾ ਖੋਈਏ, ਨਹੀਂ ਤਾਂ ਇਹ ਗੱਲ ਹੋ ਗਈ ਕਿ ਵੱਡੀ ਮੱਛੀ ਛੋਟੀ ਮੱਛੀ ਨੂੰ ਖਾਂਦੀ ਹੈ। ਇਸ ਕਰਕੇ ਕਿਸਾਨ ਮਜ਼ਦੂਰ ਏਕਤਾ ਨੂੰ ਅੱਗੇ ਲੈ ਕੇ ਜਾਣ ਦੇ ਲਈ ਇਹੀ ਆ ਕਿ ਅਸੀਂ ਇਹ ਸੈਂਸਿਟਾਈਜ਼ ਹੋਈਏ ਇੱਦਾਂ ਦੇ ਮੁੱਦਿਆਂ 'ਤੇ। ਪਿੰਡਾਂ 'ਚ ਜਾਤ ਪਾਤ ਮਿਟਾਉਣ ਦੇ ਲਈ ਗੱਲ ਕਰੀਏ। ਆਪਾਂ ਸ਼ੁਰੂ 'ਚ ਇੱਥੇ ਗੱਲ ਆਉਂਦੀ ਸੀ ਬੇਗਮਪੁਰਾ ਸ਼ਹਿਰ ਵਸ ਗਿਆ ਹੈ, ਕਈਆਂ ਨੇ ਸਟੇਜਾਂ ਤੋਂ ਵੀ ਬੋਲਿਆ ਕਿ ਇੱਦਾਂ ਲੱਗ ਰਿਹਾ ਕਿ ਬੇਗਮਪੁਰਾ ਸ਼ਹਿਰ ਵਸਿਆ ਹੁੰਦਾ। ਉਹ ਬੇਗਮਪੁਰਾ ਸੱਚਮੁੱਚ ਹੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਫਲਸਫੇ ਦੇ ਲਈ ਵਸਾਉਣਾ, ਅੱਜ ਵੀ ਸੁਬਾਹ ਗੱਲ ਕਰ ਰਹੇ ਸੀ ਗ੍ਰੰਥੀ ਸਿੰਘ ਆਪਣੇ ਬੋਲ ਰਹੇ ਸੀ ਜਦੋਂ ਦਾ 11 ਵਜੇ ਤੋਂ ਪਹਿਲਾਂ ਹੁੰਦਾ, ਅੱਜ ਵੀ ਬੇਗਮਪੁਰਾ ਦੀ ਗੱਲ ਚੱਲ ਰਹੀ ਸੀ। ਉਹ ਤਾਂ ਹੀ ਹੋ ਸਕਦਾ ਕਿ ਜੇ ਤੁਸੀਂ ਉਸ ਜਿਹੜੇ ਚੀਜ਼ ਨੂੰ ਇੰਨ ਬਿੰਨ ਗੁਰੂ ਗ੍ਰੰਥ ਸਾਹਿਬ ਦੀ ਪਾਲਣਾ ਕਰ ਬਰਾਬਰੀ ਦੇ ਹੱਕ ਦੇਵੇ ਜਾਵੋਗੇ, ਤੁਸੀਂ ਉਹਦੇ ਲਈ ਤੁਸੀਂ ਸੈਂਸਿਟਾਈਜ਼ ਕਰਨਾ ਆਪਣੇ ਜਿਹੜੇ ਲੋਕ ਨੇ ਤੁਹਾਡੇ ਨਾਲ ਜੁੜੇ ਹੋਏ ਨੇ। ਜੀ ਬਹੁਤ ਬਹੁਤ ਧੰਨਵਾਦ ਜੀ। ਸੋ ਦਰਸ਼ਕੋ, ਇਸੇ ਗੁਰਦੀਪ ਸਿੰਘ ਜੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅੰਬੇਦਕਰ ਵਿਦਿਆਰਥੀ ਜਥੇਬੰਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਨੇ, ਜਿਹੜੇ ਕਿ ਸਟੂਡੈਂਟ ਦੇ ਹੱਕਾਂ ਦੀ ਵੀ ਗੱਲ ਕਰਦੇ ਨੇ ਤੇ ਮਜ਼ਦੂਰਾਂ ਦੇ ਹੱਕਾਂ ਦੀ ਵੀ ਗੱਲ ਕਰਦੇ ਨੇ। ਤਾਂ ਅੱਜ ਬੜਾ ਵੱਡਾ ਮੁੱਦਾ ਇੱਕ ਸਾਹਮਣੇ ਆਇਆ ਸੀਗਾ ਕਿ ਕਿਸ ਤਰ੍ਹਾਂ ਜਿਹੜੇ ਮਤੇ ਪਾਸ ਕੀਤੇ ਜਾ ਰਹੇ ਨੇ ਮਜ਼ਦੂਰਾਂ ਦੇ ਲਈ, ਤਾਂ ਉਹਨਾਂ ਦੀ ਆਮਦਨੀ ਉਹਨਾਂ ਤੋਂ ਪੁੱਛ ਕੇ ਤੈਅ ਕੀਤੀ ਜਾਵੇ, ਉਹਨਾਂ ਨੂੰ ਵੀ ਉਹਨਾਂ ਦਾ ਬਰਾਬਰੀ ਦਾ ਹੱਕ ਦਿੱਤਾ ਜਾਵੇ ਜੋ ਉਹਨਾਂ ਦਾ ਰੋਜ਼ੀ ਰੋਟੀ ਵਧੀਆ ਤਰੀਕੇ ਨਾਲ ਚਲਾ ਸਕੇ। ਸੋ ਇੱਦਾਂ ਦੇ ਬੜੇ ਮੁੱਦੇ ਨੇ ਜਿਹੜੇ ਕਿ ਲਗਾਤਾਰ ਸਾਹਮਣੇ ਆ ਰਹੇ ਨੇ ਤੇ ਉਹਨਾਂ ਤੇ ਵਿਚਾਰ ਚਰਚਾ ਕਰਨੀ ਵੀ ਸਾਡੀ ਬਣਦੀ ਸੀ। ਸੋ ਤਾਂ ਹੀ ਤੁਹਾਡੇ ਸਾਹਮਣੇ ਵੀ ਅਸੀਂ ਲੈ ਕੇ ਆਏ। ਸੋ ਬਣੇ ਰਹੋ ਪੰਜਾਬ ਨਿਊਜ਼ ਨਾਲ, ਲਗਾਤਾਰ ਇੱਦਾਂ ਦੇ ਮੁੱਦਿਆਂ ਤੇ ਵਿਚਾਰ ਚਰਚਾ ਕਰਦੇ ਰਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।